ਹੈਲੋ। ਸੋ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਰੀਜ਼ਨਿੰਗ ਅਤੇ ਪੰਜਾਬੀ ਦੇ ਸਾਰੇ ਲੈਕਚਰ ਤੁਹਾਨੂੰ ਪ੍ਰੋਵਾਈਡ ਕਰਵਾਉਂਗਾ, ਜਿਹਦੇ ਵਿੱਚੋਂ ਰੀਜ਼ਨਿੰਗ ਕੰਪਲੀਟ ਹੋ ਚੁੱਕਿਆ ਆਪਣੀ ਪੰਜਾਬ ਪੁਲਿਸ ਕਾਂਸਟੇਬਲ ਦੇ ਲਈ, ਤੇ ਪੰਜਾਬੀ ਆਪਾਂ ਅੱਜ ਸੈਕੰਡ ਲਾਸਟ ਲੈਕਚਰ ਕਰਨ ਜਾ ਰਹੇ ਹਾਂ। ਇਹ ਤੋਂ ਬਾਅਦ ਇੱਕ ਲੈਕਚਰ ਵਿਸ਼ਰਾਮ ਚਿੰਨ੍ਹ ਦੇ ਉੱਤੇ ਹੋਰ ਬਣੂਗਾ। ਸੋ ਇਹ ਤੋਂ ਬਾਅਦ ਆਪਣੀ ਪੰਜਾਬੀ ਵੀ ਕੀ ਹੋ ਜੂਗੀ, ਸਮਾਪਤ ਹੋ ਜੂਗੀ, ਤੇ ਅਗਲੇ ਹਫਤੇ ਤੋਂ ਸਭ ਦੇ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਸ਼ੁਰੂ ਹੋ ਗਏ। ਸੋ ਮੈਂ ਉਮੀਦ ਕਰ ਰਿਹਾ ਕਿ ਸਭ ਨੇ ਤਿਆਰੀ ਕਰ ਲਈ ਹੋਣੀ। ਸੋ ਇਹਦੇ ਨਾਲ ਹੀ ਆਪਾਂ ਲੈਕਚਰ ਸਟਾਰਟ ਕਰਦੇ ਹਾਂ। ਅੱਜ ਆਪਾਂ ਕੀ ਪੜਾਂਗੇ? ਵਾਕ ਬੋਧ ਦੇ ਬਾਰੇ। ਹੁਣ ਤੱਕ ਆਪਾਂ ਕੀ ਪੜ ਚੁੱਕੇ? ਧੁਨੀ ਬੋਧ, ਸ਼ਬਦ ਬੋਧ ਤੇ ਠੀਕ ਆ, ਇਹ ਚੀਜ਼ਾਂ ਆਪਾਂ ਪੜ ਚੁੱਕੇ। ਅੱਜ ਆਪਾਂ ਕੀ ਪੜਾਂਗੇ? ਵਾਕ ਬੋਧ ਦੇ ਬਾਰੇ। ਅਰਥ ਬੋਧ ਦੀ ਵੀਡੀਓ ਤੁਹਾਨੂੰ ਮੈਂ ਵੈਸੇ ਪ੍ਰੋਵਾਈਡ ਕਰਵਾ ਦੂੰਗਾ, ਉਹ ਤੁਸੀਂ ਪੜ ਸਕਦੇ ਹੋ। ਠੀਕ ਹੈ ਜੀ। ਵਾਕ ਸ਼ਬਦਾਂ ਦੇ ਸਮੂਹ, ਉਸ ਇਕਾਈ, ਸ਼ਬਦਾਂ ਦੇ ਸਮੂਹ ਦੀ ਉਸ ਇਕਾਈ ਨੂੰ ਜਿਸ ਦਾ ਕੋਈ ਭਾਵ ਨਿਕਲਦਾ ਹੋਵੇ ਜਾਂ ਕੋਈ ਵਿਚਾਰ ਪ੍ਰਗਟ ਹੁੰਦਾ ਹੋਵੇ, ਵਾਕ ਆਖਦੇ ਹਨ। ਮਤਲਬ ਕੀ ਹੈ ਕਿ ਸ਼ਬਦਾਂ ਦਾ ਉਹ ਸਮੂਹ ਜਿਹਦੇ ਨਾਲ ਕੋਈ ਵੀ ਗੱਲ ਦਾ ਪਤਾ ਲੱਗਦਾ ਹੋਵੇ, ਕੋਈ ਮੂੰਹ ਸਿਰ ਨਿਕਲਦਾ ਹੋਵੇ, ਉਹਨੂੰ ਆਪਾਂ ਕੀ ਕਹਿੰਦੇ ਆ? ਵਾਕ। ਜਿਵੇਂ ਕਿ ਮੋਹਨ ਪੁਸਤਕ ਪੜ੍ਹ ਰਿਹਾ ਹੈ, ਇਹ ਇੱਕ ਵਾਕ ਹੈ। ਕੁਲਦੀਪ ਗੇਂਦ ਨਾਲ ਖੇਡ ਰਿਹਾ ਹੈ, ਇਹ ਇੱਕ ਵਾਕ ਹੈ। ਵਾਕ ਕਦੇ ਵੀ ਕਿਵੇਂ ਆਊਗਾ? ਸਭ ਤੋਂ ਪਹਿਲਾਂ ਕਰਤਾ ਆਊਗਾ, ਫਿਰ ਕਰਮ ਆਊ, ਫਿਰ ਕਿਰਿਆ ਆਊ। ਕਰਤਾ, ਕਰਮ, ਉਸ ਤੋਂ ਬਾਅਦ ਕਿਰਿਆ ਆਉਂਦੀ ਹੈ। ਠੀਕ ਹੈ ਜੀ। ਕਈ ਹਾਲਾਤਾਂ ਵਿੱਚ ਸਾਨੂੰ ਆਪਣਾ ਭਾਵ ਪ੍ਰਗਟਾਉਣ ਵਾਸਤੇ ਕੇਵਲ ਇੱਕ ਸ਼ਬਦ ਦੀ ਹੀ ਲੋੜ ਪੈਂਦੀ ਹੈ। ਉਸ ਹਾਲਤ ਵਿੱਚ ਵਾਕ ਕੇਵਲ ਇੱਕ ਸ਼ਬਦ ਦਾ ਹੀ, ਕਈ ਵਾਰ ਕੀ ਹੁੰਦਾ ਆਪਣੇ ਕੋਲੇ, ਆਪਾਂ ਨੇ ਕੋਈ ਕੁਝ ਵਾਕ ਬੋਲਣਾ ਹੁੰਦਾ ਪਰ ਆਪਾਂ ਨੂੰ ਇੱਕ ਸ਼ਬਦ ਨਾਲ ਹੀ ਸਰ ਜਾਂਦਾ, ਤਾਂ ਉਹਦਾ ਮਤਲਬ ਕੀ ਹੁੰਦਾ? ਉਦੋਂ ਫਿਰ ਇੱਕ ਸ਼ਬਦ ਦਾ ਹੀ ਵਾਕ ਰਹਿ ਗਿਆ। ਜਿਵੇਂ ਕਿ ਗਾਓ, ਤਾਂ ਇਹਦਾ ਮਤਲਬ ਕੀ ਹੈ? ਗਾਉਣਾ ਸ਼ੁਰੂ ਕਰ ਦਿਓ। ਤਾਂ ਹੁਣ ਚਾਹੇ ਐਂ ਕਹਿ ਦਿਓ ਵੀ ਗਾਉਣਾ ਸ਼ੁਰੂ ਕਰ ਦਿਓ, ਚਾਹੇ ਉਹਨੂੰ ਕਹੋ ਗਾਓ। ਉੱਠੋ, ਉੱਠ ਕੇ ਤਿਆਰ ਹੋ ਜਾਓ। ਠੀਕ ਹੈ। ਤਾਂ ਇਹਦੇ ਵਿੱਚ ਕੀ ਆ? ਆਪਾਂ ਜਾਓ ਮਤਲਬ ਕਿ ਹੁਣ ਤੁਸੀਂ ਚਲੇ ਜਾਓ। ਤਾਂ ਇਹ ਸਾਰੇ ਕੀ ਨੇ? ਜਦੋਂ ਇੱਕ ਸ਼ਬਦ ਹੀ ਕੀ ਬਣ ਜਾਂਦਾ ਇੱਥੇ? ਵਾਕ ਬਣ ਜਾਂਦਾ। ਇਹਨੂੰ ਆਪਾਂ ਕੀ ਕਹਿੰਦੇ ਆ? ਵੀ ਜਦੋਂ ਇੱਕ ਸ਼ਬਦ ਹੀ ਵਾਕ ਬਣ ਜਾਂਦਾ। ਵਾਕ ਦੇ ਦੋ ਅੰਗ ਹੁੰਦੇ ਨੇ ਆਪਣੇ ਕੋਲੇ, ਕਿਹੜੇ ਕਿਹੜੇ? ਇੱਕ ਹੁੰਦਾ ਉਦੇਸ਼, ਇੱਕ ਹੁੰਦਾ ਵਿਦੇ। ਉਦੇਸ਼ ਕੀ ਹੁੰਦਾ? ਵਾਕ ਵਿੱਚ ਜਿਸ ਵਿਅਕਤੀ, ਵਸਤੂ ਜਾਂ ਸਥਾਨ ਬਾਰੇ ਜਾਣਕਾਰੀ ਦਿੱਤੀ ਗਈ ਹੋਵੇ, ਉਸ ਨੂੰ ਕੀ ਕਹਿੰਦੇ ਨੇ? ਉਦੇਸ਼ ਕਹਿੰਦੇ ਨੇ। ਜਿਵੇਂ ਕਿ ਗੁਰੂ ਜੀ ਭੋਜਨ ਛਕ ਰਹੇ ਹਨ, ਕਮਲਾ ਟੀਵੀ ਦੇਖ ਰਹੀ ਹੈ, ਤਾਂ ਇਹਦੇ ਵਿੱਚ ਗੁਰੂ ਜੀ ਤੇ ਕਮਲਾ, ਇਹਨਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ, ਇਹਨੂੰ ਆਪਾਂ ਕੀ ਕਹਾਂਗੇ? ਉਦੇਸ਼। ਇਹ ਐਂ ਵੀ ਹੋ ਸਕਦਾ ਕਿ ਜਿਵੇਂ ਰਾਮ ਦੇ ਪਿਤਾ ਨੇ ਰੋਟੀ ਖਾਧੀ, ਤਾਂ ਇੱਥੇ ਰਾਮ ਦੇ ਪਿਤਾ ਨੇ ਰੋਟੀ ਖਾਧੀ ਨਾ, ਤਾਂ ਰਾਮ ਦਾ ਪਿਤਾ ਕੀ ਹੋ ਗਿਆ ਇੱਥੇ? ਉਦੇਸ਼, ਕਿਉਂਕਿ ਗੱਲ ਕਿਹਦੇ ਬਾਰੇ ਹੋ ਰਹੀ ਹੈ? ਰਾਮ ਦੇ ਪਿਤਾ ਬਾਰੇ। ਵਿਦੇ ਕੀ ਹੁੰਦਾ? ਉਦੇਸ਼ ਨੂੰ ਛੱਡ ਕੇ ਬਾਕੀ ਸਾਰਾ ਹਿੱਸਾ ਕੀ ਕਹਿਲਾਉਂਦਾ? ਵਿਦੇ। ਜਿਵੇਂ ਕਿ ਵਾਕ ਵਿੱਚ ਉਦੇਸ਼ ਬਾਰੇ ਜੋ ਬਿਆਨ ਕੀਤਾ ਗਿਆ ਹੈ, ਉਸਨੂੰ ਵਿਦੇ ਆਖਦੇ ਹਨ। ਜਿਵੇਂ ਧੋਨੀ ਕ੍ਰਿਕਟ ਖੇਡ ਰਿਹਾ ਹੈ, ਕਮਲਜੀਤ ਕਬੱਡੀ ਦੀ ਕਮੈਂਟਰੀ ਕਰ ਰਿਹਾ ਹੈ, ਤਾਂ ਇਹਨਾਂ ਵਿੱਚ ਕ੍ਰਿਕਟ ਖੇਡ ਰਿਹਾ ਹੈ ਤੇ ਕਬੱਡੀ ਦੀ ਕਮੈਂਟਰੀ ਕਰ ਰਿਹਾ ਹੈ, ਇਹ ਕਿਨੇ? ਵਿਦੇ ਨੇ। ਇਹਨਾਂ ਵਿੱਚ ਆ ਲਿਖਿਆ ਹੈ ਧੋਨੀ ਤੇ ਕਮਲਜੀਤ, ਜਿੱਥੋਂ ਇਹ ਕੰਮਾਂ ਦਾ ਵਰਣਨ, ਇਹਨੂੰ ਕੀ ਕਹਿੰਦੇ ਨੇ? ਵਿਦੇ ਕਹਿੰਦੇ ਨੇ। ਠੀਕ ਹੈ ਜੀ। ਅੱਗੇ ਆਪਣੇ ਕੋਲ ਜੇ ਮੈਂ ਵਾਕ ਬੋਧ ਦੀ ਗੱਲ ਕਰਾਂ, ਤਾਂ ਵਾਕ ਬੋਧ ਕੀ ਹੈ? ਵਿਆਕਰਨ। ਤੁਹਾਨੂੰ ਕਿਤੇ ਕਿਤੇ ਨਾਣੇ ਨਾਲ ਮਿਲੂ, ਕਿਤੇ ਕਿਤੇ ਨੰਨੇ ਨਾਲ ਮਿਲੂ। ਠੀਕ ਹੈ ਜੀ। ਜਿਹੜੀ ਕਿਤਾਬ ਦੇ ਵਿੱਚੋਂ ਮੈਂ ਪਾਇਆ ਹੈ ਉਹਦੇ ਵਿੱਚ ਨਾਣੇ ਨਾਲ ਸੀ, ਪਰ ਜ਼ਿਆਦਾਤਰ ਮੈਂ ਨੰਨੇ ਨਾਲ ਡਿਨੋਟ ਕਰਦਾ। ਵਿਆਕਰਨ ਨਹੀਂ ਹੁੰਦਾ, ਕਰਨ ਹੁੰਦਾ। ਠੀਕ ਹੈ। ਵਿਆਕਰਨ ਦਾ ਉਹ ਭਾਗ ਜੋ ਵਾਕ ਬਣਤਰ, ਵਾਕ ਵੰਡ, ਵਾਕ ਵਟਾਂਦਰਾ ਤੇ ਵਿਸ਼ਰਾਮ ਚਿੰਨ੍ਹਾਂ ਆਦਿ ਬਾਰੇ ਨੇਮਾ, ਨੇਮਾ ਮਤਲਬ ਨਿਯਮਾਂ, ਇੱਥੇ ਨੇਮਾ ਕਿਹਾ ਗਿਆ, ਇਹਦਾ ਮਤਲਬ ਨਿਯਮਾਂ ਦੁਆਰਾ ਗਿਆਨ ਦੇਵੇ, ਉਹਨੂੰ ਕੀ ਕਹਿੰਦੇ ਨੇ? ਵਾਕ ਬੋਧ ਕਹਿੰਦੇ ਨੇ। ਪੇਪਰ ਚ ਆਉਂਦਾ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ? ਤਾਂ ਵਾਕ ਦੀਆਂ 4 ਕਿਸਮਾਂ ਹੁੰਦੀਆਂ ਨੇ। ਸਧਾਰਨ ਵਾਕ, ਮਿਸ਼ਰਿਤ ਵਾਕ, ਸੰਯੁਕਤ ਵਾਕ। ਗੁੰਝਲਦਾਰ ਦਾ ਮਤਲਬ ਕੀ ਹੁੰਦਾ? ਇਹਨਾਂ ਚੋਂ ਕਿਸੇ ਦੇ ਵੀ ਮਿਸ਼ਰਣ ਨੂੰ ਆਪਾਂ ਕੀ ਕਹਿ ਦਿੰਦੇ ਆ? ਗੁੰਝਲਦਾਰ ਵਾਕ ਕਹਿ ਦਿੰਦੇ ਆ। ਇਹਦੇ ਬਾਰੇ ਹੀ ਅੱਜ ਆਪਾਂ ਸਾਰਾ ਕੁਝ ਪੜਾਂਗੇ। ਪੇਪਰ 'ਚ ਇੱਕ ਕੁਐਸਚਨ ਹੋ ਜਾਂਦਾ ਹੈ ਕਿ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ, ਤਾਂ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕਿਹੜੀ ਹੁੰਦੀ ਹੈ ਜੀ? ਤਾਂ ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਕੀ ਹੁੰਦੀ ਹੈ ਜੀ? ਵਾਕ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਕੀ ਹੁੰਦੀ ਹੈ? ਧੁਨੀ ਹੁੰਦੀ ਹੈ ਜੀ। ਅੱਗੇ ਆਪਣੇ ਕੋਲ ਕੀ ਆ ਗਿਆ? ਸਧਾਰਨ। ਇੱਥੇ ਵੀ ਨਾਣਾ ਬੁੱਕ ਦੇ ਵਿੱਚ ਹੀ ਨਾਣਾ ਸੀਗਾ ਜੀ, ਵੈਸੇ ਨੰਨਾ ਹੁੰਦਾ ਜੀ। ਠੀਕ ਹੈ। ਸਧਾਰਨ ਵਾਕ ਕੀ ਹੁੰਦਾ ਹੈ? ਜਿਸ ਵਾਕ ਵਿੱਚ ਕੇਵਲ ਇੱਕ ਕਿਰਿਆ ਹੋਵੇ, ਉਸ ਨੂੰ ਸਧਾਰਨ ਵਾਕ ਕਿਹਾ ਜਾਂਦਾ। ਜਿਹਦੇ ਵਿੱਚ ਇੱਕੋ ਹੀ ਕਿਰਿਆ ਹੋਵੇ। ਕਿਰਿਆ ਆਪਾਂ ਪਹਿਲਾਂ ਪੜ੍ਹ ਚੁੱਕੇ, ਕਿਸੇ ਦਾ ਆਉਣਾ ਜਾਣਾ, ਖਾਣਾ ਪੀਣਾ, ਸੌਣਾ ਨਹਾਉਣਾ, ਇਹ ਸਾਰੇ ਕੀ ਨੇ? ਕਿਰਿਆਵਾਂ। ਜਿਵੇਂ ਕਿ ਮੁੰਡਾ ਪੜ੍ਹਦਾ ਹੈ, ਇਹ ਇੱਕ ਕਿਰਿਆ ਹੈ। ਲੜਕੀ ਗਾਉਂਦੀ ਹੈ, ਇਹ ਇੱਕ ਕਿਰਿਆ ਹੈ। ਕੁੱਤਾ ਭੌਂਕਦਾ ਹੈ, ਇਹਦੇ ਵਿੱਚ ਵੀ ਇੱਕ ਕਿਰਿਆ ਹੈ। ਤਾਰੇ ਚਮਕਦੇ ਹਨ, ਇਹਦੇ ਵਿੱਚ ਵੀ ਸਿਰਫ ਇੱਕ ਹੀ ਕਿਰਿਆ ਹੈ। ਮਿਸ਼ਰਿਤ ਵਾਕ। ਠੀਕ ਹੈ। ਇਹ ਸੀ ਸਧਾਰਨ ਵਾਕ। ਅੱਗੇ ਆਉਂਦਾ ਮਿਸ਼ਰਿਤ ਵਾਕ। ਜਦੋਂ ਦੋ ਸਧਾਰਨ ਵਾਕ ਇੱਕ ਦੂਜੇ ਨਾਲ ਇਸ ਤਰ੍ਹਾਂ ਜੁੜੇ ਹੋਣ ਕਿ ਦੋਵਾਂ ਵਾਕਾਂ ਵਿੱਚ ਇੱਕ ਹਿੱਸਾ ਬਣ ਜਾਵੇ। ਠੀਕ ਹੈ। ਦੋਵੇਂ ਵਾਕ ਇੱਕ ਦਾ ਹਿੱਸਾ ਬਣ ਜਾਣ, ਉਹਨੂੰ ਕੀ, ਨਵੇਂ ਵਾਕ ਨੂੰ ਕੀ ਕਹਿੰਦੇ ਨੇ ਜੀ? ਮਿਸ਼ਰਿਤ ਵਾਕ। ਮਤਲਬ ਕੀ ਹੈ? ਦੋਨੇ ਇੱਕ ਦੂਜੇ ਬਿਨਾਂ ਰਹਿ ਨਾ ਸਕਣ, ਵੀ ਐਂ ਲੱਗਣ ਵੀ ਦੋਨੇ ਇੱਕ ਦੂਜੇ ਦੇ ਅਧੀਨ ਨੇ, ਜਾਂ ਇੱਕ ਪ੍ਰਮੁੱਖ ਵਾਕ ਹੈ, ਦੂਜਾ ਅਧੀਨ ਵਾਕ ਹੈ। ਫੋਰ ਐਗਜ਼ਾਮਪਲ, ਦੋ ਸਧਾਰਨ ਵਾਕ, ਜਿਵੇਂ ਇੱਕ ਸਧਾਰਨ ਵਾਕ ਹੈ ਪੰਛੀ ਬੋਲਣ ਲੱਗ ਪਏ, ਦੂਜਾ ਕੀ ਹੈ? ਦਿਨ ਚੜ ਗਿਆ। ਤਾਂ ਇਹਨੂੰ ਇਕੱਠੇ ਹੋ ਕੇ ਕੀ ਬਣੂ? ਪੰਛੀ ਬੋਲਣ ਲੱਗ ਪਏ ਹਨ ਕਿਉਂਕਿ ਦਿਨ ਚੜ ਗਿਆ ਹੈ। ਤਾਂ ਇਹਨਾਂ ਦਾ ਕਾਰਨ ਕੀ ਹੈ? ਪੰਛੀ ਤਾਂ ਬੋਲਣ ਲੱਗੇ ਨੇ ਕਿਉਂਕਿ ਦਿਨ ਚੜ ਗਿਆ ਹੈ, ਤਾਂ ਕਾਰਨ ਦੱਸ ਰਿਹਾ ਹੈ। ਠੀਕ ਹੈ ਜੀ। ਤਾਂ ਕਰਕੇ ਇਹਨੂੰ ਕੀ ਕਹਿੰਦੇ ਆਪਾਂ? ਵੀ ਇਹ ਜੇ ਮੈਂ ਕਹਾਂ ਕਿਉਂਕਿ ਦਿਨ ਚੜ ਗਿਆ ਦਾ ਮਤਲਬ ਨਹੀਂ ਨਿਕਲਣਾ, ਇਹਦਾ ਕੱਢਣਾ ਪਊਗਾ ਇਹਦੇ ਨਾਲ, ਪੰਛੀ ਬੋਲਣ ਲੱਗ ਪਏ ਹਨ।
ਜਦੋਂ ਇੱਕ ਦੂਜੇ ਤੇ ਇੱਕ ਤਰੀਕੇ ਨਾਲ ਨਿਰਭਰ ਕਰ ਰਿਹਾ। ਦੂਜਾ ਕੀ ਹੈ, ਜਰਾ ਛੇਤੀ ਕਦਮ ਪੁੱਟੋ ਇੱਕ ਸਧਾਰਨ ਵਾਕ, ਉਹ ਸਾਰੇ ਪਾਸ ਹੋ ਗਏ ਹਨ। ਤਾਂ ਇਹ ਦੋ ਸਧਾਰਨ ਵਾਕ ਨੂੰ ਜੋੜ ਕੇ ਕੀ ਕੀਤਾ ਆਪਾਂ ਨੇ, ਜਰਾ ਛੇਤੀ ਕਦਮ ਪੁੱਟੋ ਨਹੀਂ ਤਾਂ ਬੱਸ ਨਿਕਲ ਜਾਵੇਗੀ। ਇੱਥੇ ਥੋੜੀ ਜਿਹੀ ਦਿੱਕਤ ਹੋ ਗਈ ਜੀ, ਇੱਥੇ ਆਊਗਾ ਬੱਸ ਨਿਕਲ ਜਾਵੇਗੀ। ਤਾਂ ਜਰਾ ਛੇਤੀ ਕਦਮ ਪੁੱਟੋ, ਕਿਉਂ, ਨਹੀਂ ਤਾਂ ਬੱਸ ਨਿਕਲ ਜਾਵੇ। ਇਹ ਇੱਕ ਦੂਜੇ ਬਿਨਾਂ ਅਧੂਰੇ ਹੁੰਦੇ ਨੇ, ਜਿਹਦੇ ਵਿੱਚ ਇੱਕ ਪ੍ਰਧਾਨ ਉਪਵਾਕ ਹੁੰਦਾ, ਇੱਕ ਅਧੀਨ ਉਪਵਾਕ ਹੁੰਦਾ। ਉਹਨੂੰ ਆਪਾਂ ਕੀ ਕਹਿੰਦੇ ਆ, ਮਿਸ਼ਰਤ ਵਾਕ। ਅਧੀਨ ਉਪਵਾਕ ਪ੍ਰਧਾਨ ਉਪਵਾਕ ਤੇ ਨਿਰਭਰ ਕਰਦਾ ਜਾਂ ਪ੍ਰਧਾਨ ਉਪਵਾਕ ਨੂੰ ਪੂਰਾ ਕਰਦਾ। ਠੀਕ ਹੈ ਜੀ। ਜਿਵੇਂ ਕਿ ਉਹ ਸਾਰੇ ਪਾਸ ਛਤਰੀ ਲੈ ਆ ਲਵੋ ਭਿੱਜ ਜਾਵੋਗੇ, ਛਤਰੀ ਲੈ ਲਵੋ ਨਹੀਂ ਤਾਂ ਭਿੱਜ ਜਾਵੋਗੇ। ਆਹ ਦੋ ਸਧਾਰਨ ਵਾਕ ਨੇ, ਇਹਨਾਂ ਤੋਂ ਮਿਲ ਕੇ ਕੀ ਬਣ ਗਿਆ, ਇੱਕ ਮਿਸ਼ਰਿਤ ਵਾਕ ਬਣ ਗਿਆ। ਹੁਣ ਅੱਗੇ ਸੰਯੁਕਤ ਵਾਕ, ਜਦੋਂ ਦੋ ਜਾਂ ਦੋ ਤੋਂ ਵੱਧ ਉਪਵਾਕਾਂ ਨੂੰ ਸਮਾਨ ਯੋਜਕਾਂ ਨਾਲ, ਆਪਾਂ ਯੋਜਕ ਪਹਿਲਾਂ ਕਰ ਚੁੱਕੇ, ਜੋੜ ਕੇ ਇੱਕ ਵਾਕ ਬਣਾਇਆ ਜਾਵੇ, ਇਹਨੂੰ ਕੀ ਕਹਿੰਦੇ ਆ ਆਪਾਂ, ਸੰਯੁਕਤ ਵਾਕ। ਜਿਵੇਂ ਕਿ ਮੁੰਡੇ ਨੇ ਸ਼ਰਾਰਤ ਕੀਤੀ, ਇਹ ਅਲੱਗ ਹੋ ਗਿਆ, ਤੇ ਮਾਸਟਰ ਜੀ ਨੇ ਉਹਨੂੰ ਕੁੱਟਿਆ, ਇਹ ਦੋ ਚੀਜ਼ਾਂ ਅਲੱਗ ਹੋ ਗਿਆ, ਜੋੜ ਕੌਣ ਰਿਹਾ, ਤੇ। ਠੀਕ ਹੈ ਜੀ, ਇਹਨੂੰ ਆਪਾਂ ਕੀ ਕਹਿੰਦੇ ਆ, ਸੰਯੁਕਤ ਵਾਕ। ਮੈਂ ਕੁੱਤੇ ਨੂੰ ਰੋਟੀ ਪਾਈ ਤੇ ਉਹ ਪੂੰਛ ਹਿਲਾਉਣ ਲੱਗ ਪਿਆ। ਠੀਕ ਹੈ ਜੀ, ਮੈਂ ਕੁੱਤੇ ਨੂੰ ਰੋਟੀ ਪਾਈ, ਇਹ ਅਲੱਗ, ਉਹ ਪੂੰਛ ਹਿਲਾਉਣ ਲੱਗ ਗਿਆ, ਇਹ ਅਲੱਗ। ਮੈਂ ਸਟੇਸ਼ਨ ਉੱਤੇ ਪੁੱਜਾ ਤੇ ਗੱਡੀ ਚੜ ਗਿਆ, ਇਹ ਵੀ ਦੋ ਅਲੱਗ ਚੀਜ਼ਾਂ। ਮੈਂ ਸਟੇਸ਼ਨ ਉੱਤੇ ਪੁੱਜਾ ਅਤੇ ਗੱਡੀ ਚੜ ਗਿਆ, ਦੋ ਅਲੱਗ-ਅਲੱਗ ਚੀਜ਼ਾਂ ਜਿਹੜਾ ਜੋੜੇ, ਉਹਨੂੰ ਆਪਾਂ ਕੀ ਕਹਿੰਦੇ ਆ, ਸੰਯੁਕਤ ਵਾਕ। ਸਿਪਾਹੀ ਨੇ ਹੱਥ ਦਿੱਤਾ ਅਤੇ ਬੱਸ ਰੁਕ ਗਈ। ਬੱਚਾ ਰੋਣ ਲੱਗਾ ਅਤੇ ਮਾਂ ਨੇ ਉਸ ਨੂੰ ਚੁੱਕ ਲਿਆ। ਇਹ ਸਾਰੇ ਕੀ ਨੇ, ਆਪਣੇ ਕੋਲੇ ਸੰਯੁਕਤ ਵਾਕ ਦੀਆਂ ਕਿਸਮਾਂ ਨੇ। ਇਹਦੇ ਵਿੱਚ ਦੋ ਸਿਰਫ ਸਮਾਨ ਉਪਵਾਕ ਹੁੰਦੇ ਨੇ, ਇਹਦੇ ਵਿੱਚ ਸਿਰਫ ਦੋ ਸਮਾਨ ਉਪਵਾਕ ਹੁੰਦੇ ਨੇ। ਸਮਾਨ ਉਪਵਾਕ ਦਾ ਮਤਲਬ ਜੋ ਕਿਸੇ ਉੱਤੇ ਵੀ ਨਿਰਭਰ ਨਾ ਕਰੇ, ਉਹਨੂੰ ਆਪਾਂ ਸਮਾਨ ਉਪਵਾਕ ਕਹਿ ਦਿੰਦੇ ਹਾਂ। ਅੱਗੇ ਆਉਂਦਾ ਹੀ ਗੁੰਝਲਦਾਰ, ਚੌਥੀ ਟਾਈਪ ਕੀ ਹੈ, ਗੁੰਝਲਦਾਰ ਵਾਕ, ਜਿਸ ਵਿੱਚ ਪ੍ਰਧਾਨ ਉਪਵਾਕ, ਅਧੀਨ ਉਪਵਾਕ ਤੇ ਸਮਾਨ ਉਪਵਾਕ ਸੰਮਿਲਿਤ ਹੋਣ, ਮਤਲਬ ਸ਼ਾਮਿਲ ਹੋਣ, ਉਹਨੂੰ ਗੁੰਝਲਦਾਰ ਵਾਕ ਕਹਿੰਦੇ ਨੇ। ਜਿਵੇਂ ਕਿ ਉਹ ਗੱਲਾਂ ਕਰਦਾ ਰਿਹਾ, ਤੁਸੀਂ ਸੁਣਦੇ ਰਹੇ ਅਤੇ ਇਸ ਤਰ੍ਹਾਂ ਸਫ਼ਰ ਮੁੱਕ ਗਿਆ। ਇਹ ਆਪਣੇ ਕੋਲੇ ਕੀ ਆ, ਠੀਕ ਹੈ, ਆਪਣੇ ਕੋਲੇ ਸਭ ਤੋਂ ਪਹਿਲਾਂ ਕੀ ਆ, ਪ੍ਰਧਾਨ ਉਪਵਾਕ ਕੀ ਹੈ, ਉਹ ਗੱਲਾਂ ਕਰਦਾ ਰਿਹਾ। ਅਧੀਨ ਵਾਕ ਕੀ ਹੋ ਗਿਆ, ਅਸੀਂ ਸੁਣਦੇ ਰਹੇ। ਠੀਕ ਹੈ ਜੀ, ਉਹ ਗੱਲਾਂ ਕਰਦਾ ਰਿਹਾ, ਤੁਸੀਂ ਸੁਣਦੇ ਰਹੇ ਜਾਂ ਅਸੀਂ ਸੁਣਦੇ ਰਹੇ। ਸਮਾਨ ਉਪਵਾਕ ਕੀ ਹੋ ਗਿਆ, ਅਤੇ ਇਸ ਤਰ੍ਹਾਂ ਸਫ਼ਰ ਮੁੱਕ ਗਿਆ। ਇਹ ਇੱਕ ਸਮਾਨ ਉਪਵਾਕ ਹੈ, ਇਹ ਕਿਸੇ ਤੇ ਨਿਰਭਰ ਨਹੀਂ ਕਰ ਰਿਹਾ, ਇਸ ਤਰ੍ਹਾਂ ਅਸੀਂ ਸਫ਼ਰ ਮੁੱਕ ਗਿਆ। ਇੱਧਰ ਕੀ ਹੈ, ਪਿਤਾ ਜੀ ਆਖਦੇ ਹਨ, ਤਾਂ ਇਹ ਕੀ ਹੈ, ਇੱਕ ਪ੍ਰਧਾਨ ਉਪਵਾਕ, ਪ੍ਰਧਾਨ ਉਪਵਾਕ ਕਹਿ ਲਓ, ਪ੍ਰਧਾਨ ਵਾਕ ਦੀ ਜਗ੍ਹਾ ਤੇ ਉਪਵਾਕ ਜ਼ਿਆਦਾ ਬੈਟਰ ਹੋਊਗਾ। ਪਿਤਾ ਜੀ ਆਖਦੇ ਹਨ ਕਿ ਮਿਹਨਤ ਕਰੋ, ਕਿਉਂਕਿ ਮਿਹਨਤ ਨਾਲ ਹੀ ਸਫਲਤਾ ਮਿਲਦੀ ਹੈ, ਇਹ ਇੱਕ ਕੀ ਹੈ, ਸਮਾਨ ਉਪਵਾਕ। ਠੀਕ ਹੈ, ਤੇ ਮਿਹਨਤ ਕਰੋ, ਇਹ ਕੀ ਹੋ ਗਿਆ ਆਪਣੇ ਕੋਲੇ, ਅਧੀਨ ਉਪਵਾਕ। ਤੁਸੀਂ ਜਾਣਦੇ ਹੋ, ਕੁਝ ਵੀ ਦੇਖੋ ਜਿਹੜਾ ਲੰਬਾ ਜਾ ਹੋਵੇ ਨਾ, ਵੱਡਾ ਜਾ ਹੋਵੇ, ਉਹਨੂੰ ਆਪਾਂ ਕੀ ਕਹਿੰਦੇ, ਗੁੰਝਲਦਾਰ ਵਾਕ ਹੀ ਕਹਿੰਦੇ ਆ। ਤੁਸੀਂ ਜਾਣਦੇ ਹੋ, ਉਹ ਮੇਰਾ ਮਿੱਤਰ ਹੈ ਤੇ ਜ਼ਰੂਰ ਮੇਰੀ ਮਦਦ ਕਰੇਗਾ, ਇਹ ਵੀ ਕੀ ਹੋ ਗਿਆ, ਪ੍ਰਧਾਨ ਉਪਵਾਕ, ਅਧੀਨ ਉਪਵਾਕ ਤੇ ਸਮਾਨ ਉਪਵਾਕ। ਠੀਕ ਹੈ ਜੀ। ਅੱਗੇ ਆਉਂਦਾ ਵਾਕ ਵਟਾਂਦਰਾ। ਵਾਕ ਵਟਾਂਦਰੇ ਦਾ ਮਤਲਬ ਕੀ ਹੈ, ਜਦੋਂ ਕਿਸੇ ਵਾਕ ਨੂੰ ਅਰਥ ਵਿੱਚ ਫਰਕ ਪੈਣ ਤੋਂ ਬਿਨਾਂ, ਅਰਥਾਂ ਵਿੱਚ ਫਰਕ ਨਾ ਪਵੇ ਪਰ ਦੂਜੇ ਰੂਪ ਵਿੱਚ ਬਦਲ ਲਿਆ ਜਾਵੇ, ਉਹਨੂੰ ਆਪਾਂ ਕੀ ਕਹਿੰਦੇ ਆ, ਵਾਕ ਵਟਾਂਦਰਾ। ਜਿਵੇਂ ਕਿ ਕੀ ਤੁਸੀਂ ਚਾਹ ਦਾ ਕੱਪ ਲਵੋਗੇ, ਇਹਨੂੰ ਆਪਾਂ ਕਿਵੇਂ ਬਦਲ ਲਾਂਗੇ, ਇਹ ਪ੍ਰਸ਼ਨਵਾਚਕ ਹੈ। ਠੀਕ ਹੈ, ਪ੍ਰਸ਼ਨ ਪੁੱਛ ਰਿਹਾ, ਪਰ ਆਪਾਂ ਇਹਨੂੰ ਸਧਾਰਨ ਚ ਕਿਵੇਂ ਬਦਲਾਂਗੇ, ਤੁਸੀਂ ਚਾਹ ਦਾ ਕੱਪ ਲਵੋਗੇ। ਠੀਕ ਹੈ, ਕੀ ਲਾਤਾ, ਤਾਂ ਇੱਥੇ ਕੁਐਸਚਨ ਮਾਰਕ ਲਾਣਾ ਪਊਗਾ। ਜੇ ਆਪਾਂ ਨਾਰਮਲ ਪੁੱਛੇ ਤੁਸੀਂ ਚਾਹ ਦਾ ਕੱਪ ਲਵੋਗੇ, ਤਾਂ ਇਹ ਕੀ ਹੋ ਗਿਆ, ਆਪਣੇ ਕੋਲ ਇੱਕ ਸਧਾਰਨ ਵਾਕ। ਇਹਦੀਆਂ ਕੁਝ ਹੋਰ ਉਦਾਹਰਨਾਂ, ਕੀ ਤੁਸੀਂ ਮੈਨੂੰ ਪੱਤਰ ਲਿਖੋਗੇ, ਜਿਵੇਂ ਕਿ ਤੁਸੀਂ ਮੈਨੂੰ ਪੱਤਰ ਲਿਖੋਗੇ। ਕੀ ਥੋੜੇ ਸਮੇਂ ਵਾਸਤੇ ਆਪਣਾ ਸਾਈਕਲ ਦਿਓਗੇ, ਥੋੜੇ ਸਮੇਂ ਵਾਸਤੇ ਆਪਣਾ ਸਾਈਕਲ ਦਿਓਗੇ। ਅਰਥ ਸੇਮ ਹੈ, ਪਰ ਉਹ ਇੱਥੇ ਕੀ ਆ, ਪ੍ਰਸ਼ਨਵਾਚਕ, ਇੱਥੇ ਕੀ ਹੈ, ਸਰਲ ਜਾਂ ਸਧਾਰਨ। ਤੁਹਾਡੇ ਮੁਹੱਲੇ ਦਾ ਨਾਮ ਕੀ ਹੈ, ਆਪਣੇ ਮੁਹੱਲੇ ਦਾ ਨਾਮ ਦੱਸੋ। ਪਿਤਾ ਜੀ ਕੰਮ ਕਰਦੇ ਹਨ, ਵੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ, ਆਪਣੇ ਪਿਤਾ ਜੀ ਦੇ ਕੰਮ ਬਾਰੇ ਦੱਸੋ। ਤਾਂ ਇਹਦੇ ਵਿੱਚ ਕੀ ਹੋਗਾ, ਮਤਲਬ ਉਹੀ ਹੈ, ਪਰ ਆਪਣੇ ਕੋਲੇ ਪ੍ਰਸ਼ਨਵਾਚਕ ਤੋਂ ਸਰਲ ਦੇ ਵਿੱਚ ਜਾਂ ਸਧਾਰਨ ਦੇ ਵਿੱਚ ਬਣ ਗਿਆ। ਅੱਗੇ ਕੀ ਆ, ਹਾਂ ਵਾਚਕ ਤੋਂ ਨਾ ਵਾਚਕ ਬਣਾਉਣਾ। ਚੰਗੇ ਬੱਚੇ ਸਦਾ ਸੱਚ ਬੋਲਦੇ ਹਨ, ਚੰਗੇ ਬੱਚੇ ਕਦੇ ਝੂਠ ਨਹੀਂ ਬੋਲਦੇ, ਹਾਂ ਵਾਚਕ ਇਹ, ਨਾ ਵਾਚਕ। ਬੇਬੀ ਸਕੂਲ ਵਕਤ ਸਿਰ ਜਾਂਦੀ ਹੈ, ਬੇਬੀ ਸਕੂਲ ਦੇਰ ਨਾਲ ਨਹੀਂ ਜਾਂਦੀ, ਹਾਂ ਵਾਚਕ ਨਾ ਵਾਚਕ। ਮਹਾਤਮਾ ਗਾਂਧੀ ਨੂੰ ਸਭ ਜਾਣਦੇ ਹਨ, ਕੋਈ ਅਜਿਹਾ ਨਹੀਂ ਜੋ ਮਹਾਤਮਾ ਗਾਂਧੀ ਨੂੰ ਨਾ ਜਾਣਦਾ ਹੋਵੇ। ਇਹ ਗੱਡੀ ਹਮੇਸ਼ਾ ਸਮੇਂ ਸਿਰ ਆ ਜਾਂਦੀ ਹੈ, ਇਹ ਗੱਡੀ ਕਦੇ ਲੇਟ ਨਹੀਂ ਆਉਂਦੀ। ਜੇ ਮਿਹਨਤ ਕਰੋਗੇ ਤਾਂ ਸਫਲ ਹੋਗੇ, ਜੇ ਮਿਹਨਤ ਨਹੀਂ ਕਰੋਗੇ ਤਾਂ ਸਫਲ ਨਹੀਂ ਹੋਗੇ। ਅੱਗੇ ਸਰਲ ਤੋਂ ਵਿਸਮਿਕ ਬਣਾਉਣਾ। ਵਿਸਮਿਕ ਤੁਹਾਨੂੰ ਪਤਾ, ਇਸ ਚਿੰਨ੍ਹ ਨੂੰ ਕੀ ਕਹਿੰਦੇ ਆਪਾਂ, ਵਿਸਮਿਕ ਚਿੰਨ੍ਹ, ਜਾਂ ਜਿੱਥੇ ਵੀ ਆਹ ਚੀਜ਼ ਲੱਗੇ ਉਹਨੂੰ ਆਪਾਂ ਕੀ ਕਹਿੰਦੇ ਆ, ਵਿਸਮਿਕ। ਇਹ ਗਲੀਚਾ ਬਹੁਤ ਸੁੰਦਰ ਹੈ, ਜਿਵੇਂ ਕਿ ਇੱਥੇ ਆਊਗਾ, ਇੱਥੇ ਲਿਖਿਆ ਨਹੀਂ ਆ, ਵਾਹ। ਜਿਵੇਂ ਕਿ ਸੱਚੀ, ਸੱਚੀ ਜਿਵੇਂ ਅਚੰਭਾ ਹੋ ਗਿਆ ਉਹਨੂੰ, ਸੱਚੀ ਇਹ ਗਲੀਚਾ ਕਿੰਨਾ ਸੁੰਦਰ ਹੈ। ਅੱਜ ਬਹੁਤ ਗਰਮੀ ਹੈ, ਉਫ ਅੱਜ ਕਿੰਨੀ ਗਰਮੀ ਹੈ। ਅਫਸੋਸ ਹੈ ਕਿ ਮੇਰਾ ਕੁਝ ਨਹੀਂ ਰਿਹਾ, ਹਾਏ ਮੇਰਾ ਸਭ ਕੁਝ ਲੁੱਟਿਆ ਗਿਆ। ਠੀਕ ਹੈ, ਮਤਲਬ ਉਹੀ ਨਿਕਲਦਾ, ਬਸ ਸਰਲ ਵਾਕ ਜਾਂ ਸਧਾਰਨ ਵਾਕ ਤੋਂ ਕੀ ਬਣ ਰਿਹਾ, ਇਹ ਵਿਸਮਿਕ ਵਾਕ। ਅਫਸੋਸ ਹੈ ਕਿ ਸਾਡਾ ਵੀਰ ਅੱਜ ਜਿਉਂਦਾ ਨਹੀਂ, ਕਾਸ਼ ਸਾਡਾ ਵੀਰ ਵੀ ਅੱਜ ਜਿਉਂਦਾ ਹੁੰਦਾ। ਸਾਨੂੰ ਖੁਸ਼ੀ ਹੈ ਕਿ ਅਸੀਂ ਮੇਲੇ ਜਾਵਾਂਗੇ, ਆਹਾ ਜੀ ਅਸੀਂ ਮੇਲੇ ਜਾਵਾਂਗੇ, ਚੱਲ ਮੇਲੇ ਨੂੰ ਚੱਲੀਏ। ਸਰਲ ਵਾਕ ਤੋਂ ਸੰਯੁਕਤ ਵਾਕ ਬਣਾਉਣਾ। ਉਹ ਟਿਕਟ ਲੈ ਕੇ ਗੱਡੀ ਤੇ ਚੜ ਗਿਆ, ਉਸਨੇ ਟਿਕਟ ਲਈ, ਇੱਥੇ ਵਾਕ ਟੁੱਟ ਗਿਆ, ਅਤੇ ਗੱਡੀ ਤੇ
ਚੜ ਗਿਆ, ਇੱਥੇ ਅਲੱਗ ਤੋਂ ਵਾਕ ਟੁੱਟ ਗਿਆ। ਸਿਪਾਹੀ ਦੇ ਹੱਥ ਦੇਣ ਨਾਲ ਬੱਸ ਰੁਕ ਗਈ, ਸਿਪਾਹੀ ਨੇ ਹੱਥ ਦਿੱਤਾ ਤੇ ਬੱਸ ਰੁਕ ਗਈ। ਸੇਠ ਲਾਲਚੀ ਤੇ ਬੇਈਮਾਨ ਹੈ, ਸੇਠ ਲਾਲਚੀ ਵੀ ਹੈ ਅਤੇ ਬੇਈਮਾਨ ਵੀ ਹੈ। ਸਾਡੇ ਗੱਲਾਂ ਕਰਦਿਆਂ ਕਰਦਿਆਂ ਸਮਾਂ ਬੀਤ ਗਿਆ, ਅਸੀਂ ਗੱਲਾਂ ਕਰਦੇ ਰਹੇ ਅਤੇ ਇਸ ਤਰ੍ਹਾਂ ਸਮਾਂ ਬੀਤ ਗਿਆ। ਸ਼ਰਾਰਤ ਕਰਨ ਤੇ ਮਾਸਟਰ ਜੀ ਨੇ ਮੁੰਡੇ ਨੂੰ ਕੁੱਟਿਆ, ਮੁੰਡੇ ਨੇ ਸ਼ਰਾਰਤ ਕੀਤੀ ਅਤੇ ਮਾਸਟਰ ਜੀ ਨੇ ਉਹਨੂੰ ਕੁੱਟਿਆ। ਇਹ ਕੀ ਸੀ ਆਪਣੇ ਕੋਲੇ ਸਰਲ ਵਾਕ ਤੋਂ ਸੰਯੁਕਤ ਵਾਕ ਨੂੰ ਬਣਾਉਣਾ। ਇਹ ਇੱਕ ਛੋਟੀ ਜਿਹੀ ਵੀਡੀਓ ਸੀ, ਮੈਂ ਉਮੀਦ ਕਰਦਾ ਪਸੰਦ ਆਊਗਾ। ਇੱਕ ਲਾਸਟ ਵੀਡੀਓ ਰਹਿ ਗਈ ਜਿਹੜੀ ਕਿਹਦੇ ਉੱਤੇ ਆਊਗੀ, ਵਿਸ਼ਰਾਮ ਚਿੰਨ੍ਹ ਦੇ ਉੱਤੇ, ਜਿਸ ਤੋਂ ਬਾਅਦ ਆਪਣੀ ਸਾਰੀ ਪੰਜਾਬੀ ਕੰਪਲੀਟ ਹੋ ਜੂਗੀ। ਮੈਂ ਉਮੀਦ ਕਰ ਰਿਹਾ ਕਿ ਇਹ ਛੋਟਾ ਜਿਹਾ ਲੈਕਚਰ ਤੁਹਾਨੂੰ ਪਸੰਦ ਆਇਆ ਹੋਊਗਾ। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਵੈਰੀ ਮਚ।